मैं तो मर गई चीज़ों की मेरी धी गई है। सन तो रोटी खानी भी आराम हुई पई। मेरी धी नाल की करदा होना है। माँ प्यो तो उदों ही मर जाते जो धीआं कदम बाहर रखदियां ने। वास्ता खुदा दे करके मेरियां धीआं भैनां अपील मेरी सुन लैन। जे कोई अल्लाह दा नेक बंदा कोई सुनदा पिया है तो मेरी मदद करे। मैनू मेरी बच्ची चाहिए। अस्सलाम वालेकुम नाज़रीन, मैं हूं आपका मेज़बान अहमद बिलाल और आप देख रहे हैं ABR न्यूज़। आज मैं आपके पास एक ऐसी अफसोसनाक और दर्दनाक बात लेकर आया हूं, स्टोरी लेकर आया हूं, कहानी लेकर आया हूं कि जिसे बताते हुए मुझे खुद बहुत ही ज़्यादा शर्मिंदगी हो रही है। ऐसा अफसोसनाक और ऐसा दर्दनाक वाक़या जो मेरे साथ आज एक औरत बैठी है, माँ बैठी है, बेबस, मैं यहाँ पे कहूँगा बेबस माँ बैठी है। वो जिस हाल में बैठी है ये तो हम उसी माँ से जानते हैं कि वो किस हाल में बैठी है। इनकी एक बेटी जो 20 से 21 साल जिसकी उम्र है, तो एक 70 से 80 साला बाबा जो जादू टूना करता था, काला इल्म करता था, दम जारा करता था, तो वो इनकी बेटी को अगवा करके भगा कर ले गया है। उससे जाकर उसने निकाह कर लिया है, शादी कर ली है। तो ये कितनी ये अफसोसनाक बात है। कहाँ वो 21 साल की मासूम बच्ची और कहाँ वो 70 से 80 साल का बाबा। इन माँ जी की 21 साला 20 साला नौजवान लड़की को भगा कर फ़रार हो चुका है और अभी तक उसका कोई अता पता नहीं है। तो ये सारी जो भी मामला हुआ, हम इन माँ जी की कहानी ज़ुबानी जानते हैं। ये सारा मामला कैसे दरपेश आया। अस्सलाम वालेकुम। वालेकुम सलाम बेटा। ਤੁਹਾਡੀ ਬੱਚੀ ਨੂੰ ਉਹ ਜਿਹੜਾ ਬਾਬਾ ਇਹ ਨਸਾ ਕੇ ਲੈ ਗਿਆ ਹੈ ਤੇ ਉਹਨੇ ਜਾ ਕੇ ਉਹਦੇ ਨਾਲ ਨਿਕਾਹ ਕਰ ਲਿਆ ਤੇ ਇਹ ਸਾਰਾ ਮਾਮਲਾ ਕਿਵੇਂ ਦਰਪੇਸ਼ ਆਇਆ? ਇਹ ਪੁੱਤਰ ਮੈਂ ਸਾਡਾ 50 ਸਾਲਾਂ ਤਲਕਾਤ ਸੀ। ਸਾਡੇ ਘਰ ਆਂਦਾ ਜਾਂਦਾ ਸੀ, ਅਸੀਂ ਵੀ ਇਹਨਾਂ ਦੇ ਘਰ ਆਂਦੇ ਜਾਂਦੇ ਆ। ਮੇਰੀਆਂ ਨਨਾਣ ਦੀਆਂ ਬੇਟੀਆਂ ਨੂੰ ਨੇ ਗਾਨੇ ਬੰਨੇ ਨੇ, ਸਾਰੇ ਖਾਨਦਾਨ ਚ ਆਣ ਜਾਣ ਸੀ। ਹੁਣ ਵੀ ਮੇਰੀ ਬੇਟੀ ਨੌਂ ਦਾ ਕੋਈ ਮਸਲਾ ਬਣਿਆ ਸੀ ਬੱਚੇ ਦਾ, ਇਹਨਾਂ ਨੇ ਸਾਡਾ ਉੱਥੋਂ ਕੇਸ ਕਰਾਇਆ, ਉੱਥੋਂ ਆਣ ਜਾਣ ਲੱਗੇ। ਫਿਰ ਸਾਰੇ ਰੱਬ ਨੇ ਦਲਬਾਰ ਬਣਾਇਆ ਹੈ। ਉੱਥੇ ਆਂਦਾ ਜਾਂਦਾ ਸੀ, ਕਦੀ ਬੋਤਲ ਪਾਣੀ ਦੀ ਲੈ ਗਿਆ, ਕਦੀ ਮੈਨੂੰ ਚਾਹ ਦਾ ਕੱਪ ਬਣਾ ਦਿਆ। ਮੇਰਾ ਭਰਾ ਏ, ਮੈਂ ਕਹਿੰਦੀ ਸੀ ਤੂੰ ਮੇਰਾ ਪਿਓਾਂ ਹੀ ਥਾਂ ਤੇ, ਜੇ ਛੋਟਾ ਹੋਵੇ ਤੇ ਤੂੰ ਮੇਰੇ ਪੁੱਤਰਾਂ ਦੀ ਥਾਂ ਤੇ। ਇਸ ਤਰ੍ਹਾਂ ਪੁੱਤਰ ਆਣ ਜਾਣ ਲੱਗ ਪਿਆ। ਉੱਥੇ ਅੱਲਾ ਤਵਾ ਕਰਦਾ ਸੀ। ਸਾਡੇ ਘਰ ਵੀ ਆ ਜਾਂਦਾ ਸੀ, ਬੀਬੀਆਂ ਦੇ ਫੋਨ ਆਉਂਦੇ ਸੀ ਅੱਲਾ ਤਵਾ ਵਾਸਤੇ। ਤੇ ਮੈਂ ਕਿਹਾ ਚਲੋ ਮੇਰੀ ਵੀ ਕੋਈ ਬੱਚੀ ਦਾ ਨੇਕ ਵਸੀਲਾ ਬਣ ਜਾਵੇ। ਜੇ ਤੇਰੇ ਕੋਲ ਅੱਲਾ ਦੀ ਕੁਝ ਹੈ ਰਹਿਮਤ ਤੇ ਚਲੋ ਮੇਰੀ ਧੀ ਦਾ ਰਿਸ਼ਤਾ ਨਹੀਂ ਹੁੰਦਾ ਪਿਆ। ਤੁਸੀਂ ਇਹ ਜ਼ਿਹਨ ਰੱਖ ਕੇ ਗਏ ਸੀ ਕਿ ਬਾਬਾ ਕੋਈ ਦੁਆ ਕਰੇਗਾ ਤੇ ਸ਼ਾਇਦ ਮੇਰੀ ਧੀ ਦਾ ਵਸੀਲਾ ਬਣ ਜਾਵੇ। ਕਾਲਾ ਇਲਮ ਵੀਰ ਕਰਦਾ ਸੀ ਤੇ ਇਸ ਤਰ੍ਹਾਂ ਫਿਰ ਆਣ ਜਾਣ ਹੋ ਗਿਆ ਜ਼ਿਆਦਾ। ਤੇ ਉਹ ਜਦੋਂ ਆਣ ਜਾਣ ਹੋਇਆ ਸਾਨੂੰ ਨਹੀਂ ਪਤਾ ਲੱਗਾ ਕੀ ਉਹਨੇ ਕੀਤਾ ਤੇ ਕੀ ਨਹੀਂ ਕੀਤਾ। 18 ਤਰੀਕ ਵਾਲੇ ਦਿਨ ਬੱਚੀ ਜਿਹੜੀ ਹੈ ਉਹ ਮੈਂ ਸੁੱਤੀ ਵੀ ਉੱਠੀ ਹਾਂ ਤੇ ਬੱਚੀ ਗਾਇਬ ਹੈ। ਇਹਨਾਂ ਦੇ ਘਰ ਗਏ ਆ, ਉੱਥੋਂ ਵੀ ਇਹਨਾਂ ਨੇ ਜ਼ਲੀਲ ਕਰਕੇ ਸਾਨੂੰ ਕੱਢਿਆ। ਮੁੜ ਕੇ ਅਸੀਂ ਦਰਖਾਸਤ ਦਿੱਤੀ ਹੈ। ਫਿਰ ਅਸੀਂ ਸਮਝ ਲਿਆ ਵੀ ਉਹਦਾ ਪਰਚਾ ਜਿੱਥੇ ਨਿਕਾਹ ਹੋਇਆ। ਦਰਖਾਸਤ ਤੁਸੀਂ ਕਿੱਥੇ ਦਿੱਤੀ ਹੈ? ਦਰਖਾਸਤ ਅਸੀਂ ਜਿਹੜਾ ਕਮੇਟੀ ਘਰ ਕੋਲ ਠਾਣਾ ਹੈ ਉੱਤੋਂ। ਉਹਨਾਂ ਨੇ ਕੋਈ ਐਕਸ਼ਨ ਵਗੈਰਾ ਨਹੀਂ ਲਿਆ? ਕੁਛ ਨਹੀਂ ਲਿਆ। ਨਾ ਕਿ ਰਫੀਕ ਹੈਗਾ ਸੀ ਮੁਨਸ਼ੀ, ਉਹਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ। ਉਹਦੇ ਇੱਕ ਹੋਰ ਮੁਲਾਜ਼ਮ ਸੀ ਥਾਣੇਦਾਰ, ਉਹਨੇ ਵੀ ਸਾਡੀ ਸਮਝ ਲਾ ਬੇਇੱਜ਼ਤੀ ਬੜੀ ਕੀਤੀ ਹੈ ਕਰਕੇ। ਅਸੀਂ ਚੁੱਪ ਕਰਕੇ ਬਹਿ ਗਏ। ਹੁਣ ਸਮਝ ਲਓ ਫਿਰ ਹਫਤੇ ਵਾਲੇ ਦਿਨ ਆਇਆ, ਆ ਕੇ ਉਹਨੇ ਤਾਂ ਉਹਦੀ ਪੈਨਸਲ ਲਈ ਗਲੀ 'ਚ ਆਇਆ, ਆ ਕੇ ਸਾਰੀ ਫਾਇਰਿੰਗ ਕੱਢ ਕੀ ਕੁਛ ਉਹਨੇ ਕਰ। ਅੱਗੋਂ ਜਾਂਦੇ ਹਾਂ, ਬੱਚੇ ਵੀ ਧਮਕੀਆਂ ਹੁੰਦੇ ਲਾਉਂਦੇ ਨੇ, ਜੇ ਤੂੰ ਸਾਡੇ ਪਿਓ ਦੇ ਬਾਹਰ ਖਿਲਾਫ ਕੋਈ ਗੱਲ ਕੀਤੀ ਅਸੀਂ ਤੁਹਾਨੂੰ ਮਾਰ ਦਿਆਂਗੇ। ਅਸੀਂ ਦੱਸੋ ਗਰੀਬ ਬੰਦੇ ਕਿੱਧਰ ਜਾਈਏ, ਕਿੰਨੇ ਕੋਲ ਇਨਸਾਫ ਮੰਗੀਏ। ਤੇ ਜਦੋਂ ਤੁਸੀਂ ਤੁਹਾਡੀ ਜਿਹੜੀ ਬੱਚੀ ਸੀ ਤੇ ਇਹ ਜਦੋਂ ਤੁਸੀਂ ਕਹਿ ਰਹੇ ਹੋ ਮੈਂ 18 ਤਰੀਕ ਨੂੰ ਉੱਠੀ ਆ, ਉਹ ਮੰਜੀ ਤੇ ਹੈਗੀ ਨਹੀਂ ਸੀ, ਤੇ ਉਹ ਕਿਸ ਤਰ੍ਹਾਂ ਯਾਨੀ ਕਿ ਉਹ ਬਾਬੇ ਨਾਲ ਜਾਣ ਦੇ ਨਾਲ ਰਾਜ਼ੀ ਹੋ ਗਈ? ਸਾਨੂੰ ਨਹੀਂ ਪੁੱਤਰ ਪਤਾ, ਸਾਨੂੰ ਨਹੀਂ ਪਤਾ ਉਹਨੇ ਕਿਵੇਂ ਰਾਜ਼ੀ ਕੀਤਾ, ਕੀ ਉਹਦੇ ਤੇ ਕਲਾਮ ਚਲਾਈ ਕੀ ਨਹੀਂ ਚਲਾਈ। ਉਹ ਕਹਿੰਦਾ ਸੀ ਮੈਂ ਉਂਗਲੀ ਲਾਵਾਂ ਤੇ ਚੰਨ ਦੇ ਟੋਟੇ ਜਿਹੜੇ ਨਾ ਮੇਰੇ ਕਦਮਾਂ 'ਚ ਆ ਜਾਂਦੇ। ਤੇ ਮੈਂ ਕਹਿੰਦੀ ਸਾਂ ਪੁੱਤਰ ਵੀਰ ਮੇਰੇ ਆ ਚੰਨ ਦੇ ਟੋਟੇ ਉਹਨੂੰ ਰੱਬ ਨੇ ਹੁਕਮ ਦਿੱਤਾ ਜਿਹੜਾ ਰੱਬ ਦਾ ਮਹਿਬੂਬ ਹੈ। ਤੇ ਮੈਂ ਹੱਥ ਜੋੜ ਕੇ ਮਿਹਨਤ ਕਰਨੀ, ਜੇ ਕੋਈ ਅੱਲਾ ਦਾ ਪਿਆਰਾ ਅੱਲਾ ਦਾ ਨੇਕ ਬੰਦਾ ਸੁਣਦਾ ਪਿਆ ਹੈ। ਇਸ ਮਾਂ ਦੀਆਂ ਸਿਸਕੀਆਂ, ਇਸ ਮਾਂ ਦੀਆਂ ਆਵਾਂ, ਉਹਦਾ ਪਿਓ ਜ਼ਿੰਦਾ ਮੰਜੀ ਦੇ ਪਿਆ, ਸ਼ਰਮ ਦਾ ਮਾਰਾ ਬਾਹਰ ਨਹੀਂ ਨਿਕਲਦਾ ਪਿਆ। ਜੇ ਕੋਈ ਵੀ ਅੱਲਾ ਦਾ ਪਿਆਰਾ ਨੇਕ ਬੰਦਾ ਹੈ, ਕੋਈ ਵਜ਼ੀਰੇ ਆਲਾ ਹੈ ਜਾਂ ਜੋ ਪੰਜਾਬ ਦਾ ਹੈਗਾ, ਮੇਰੀ ਫਰਿਆਦ ਸੁਣੇ, ਮੈਨੂੰ ਮੇਰੀ ਬੱਚੀ ਦੇ ਦੇਵੇ। ਮੈਨੂੰ ਨਹੀਂ ਤਬਾਰ ਹੁੰਦੇ ਤਾਂ ਉਹਨੂੰ ਮਾਰ ਦਿੱਤਾ ਹੈ, ਉਹਨੂੰ ਵੇਚ ਆਵੇ ਕਿਤੇ ਗਲਤ ਹੱਥਾਂ 'ਚ ਚਲੀ ਜਾਵੇ। ਮੈਂ ਕੀ ਕਰਾਂਗੀ? ਮੈਂ ਤਾਂ ਅੱਗੇ ਹੀ ਮਰੀ ਪਈ। ਮੇਰੇ ਤਾਂ ਘਰ ਦਾ ਕੱਖ ਨਹੀਂ ਰਹਿ ਗਿਆ। ਨਾ ਕਿ ਜ਼ਰਾ ਉਹਦੇ ਪਿਓ ਦੀ ਗੱਲ ਕਰਨੇ, ਬੱਚੇ ਆਣ ਕੇ ਸਾਨੂੰ ਧਮਕੀਆਂ ਦਿੰਦੇ ਨੇ, ਸਾਨੂੰ ਗਾਲਾਂ ਕੱਢ ਕੇ ਬੂਹੇ 'ਚ ਜਾਂਦੇ ਨੇ। ਅਸੀਂ ਕਿੱਥੇ ਇਨਸਾਫ ਮੰਗੀਏ? ਜਿੱਥੇ ਅਸੀਂ ਜਾਣੇ ਦਰਖਾਸਤ ਦਿੱਤੀ ਸਾਡਾ ਕੋਈ ਐਕਸ਼ਨ ਲੈਂਦਾ ਹੀ ਨਹੀਂ ਪਿਆ। ਹੁਣ ਫਿਰ ਅੱਜ ਰੋਏ ਆ, ਪਿੱਟੇ ਆ, ਜਾ ਕੇ ਉੱਤੋਂ ਪੇਸ਼ ਹੋ ਕੇ ਆਏ ਆ। ਉਹਨੂੰ ਵੇਖੋ ਉਹਦਾ ਕੀ ਨਤੀਜਾ ਨਿਕਲਦਾ।
ਤੇ ਤੁਹਾਡੀ ਬੇਟੀ ਨਾਲ ਤੁਹਾਡੇ ਨਾਲ ਰਾਬਤਾ ਹੋਇਆ ਕਿ ਨਹੀਂ? ਨਹੀਂ, ਕੋਈ ਸਾਡੀ ਬੱਚੀ ਨਾਲ ਰਾਬਤਾ ਨਹੀਂ ਹੋਇਆ, ਨਾ ਕੋਈ ਫੋਨ, ਨਾ ਕੋਈ ਗੱਲ, ਨਾ ਕੋਈ ਬਾਤ। ਇੱਕ ਦਫਾ ਜ਼ਰੂਰ ਆਇਆ ਹੈ, ਜਦੋਂ ਮੈਂ ਇਹਨਾਂ ਦੇ ਘਰ ਗਈ ਇਹਨਾਂ ਅੱਗੇ ਹੱਥ ਬੰਨੇ ਨੇ ਵੀ ਮੈਨੂੰ ਮੇਰੀ ਬੱਚੀ ਦੇ ਦਿਓ, ਤੁਸੀਂ ਬੁੱਢਾ ਖੋਚੜ ਪਿਓ ਆਪਦਾ ਸੰਭਾਲ ਲਵੋ। ਇਹਨਾਂ ਨੇ ਆਖਿਆ ਨਹੀਂ। ਇਹਨਾਂ ਨੇ ਪਿਓ ਨੂੰ ਫੋਨ ਕੀਤਾ, ਕਹਿੰਦੇ ਸਾਡਾ ਨਾਲ ਰਾਬਤਾ ਪਿਓ ਦਾ ਨਹੀਂ ਹੈਗਾ। ਇਹਨਾਂ ਨੇ ਪਿਓ ਨੂੰ ਫੋਨ ਕਰਕੇ ਬੱਚੀ ਕੋਲ ਫੋਨ ਕਰਾਇਆ। ਅਸੀਂ ਉਸੇ ਵੇਲੇ ਆਸਫ ਜੱਟ ਨੂੰ ਆਇਆ ਸਾਡੇ ਘਰ ਤਫਤੀਸ਼ ਕਰਨ। ਉਹਨੇ ਮੈਂ ਕਿਹਾ ਪੁੱਤਰ ਇਹ ਗੱਲ ਤੇ ਇਹ ਵੀਰ ਬਾਤ ਇਹ ਨੰਬਰ ਹੈ। ਉਹਨੇ ਕੋਈ ਐਕਸ਼ਨ ਨਹੀਂ ਲਿਆ। ਹੁਣ ਅਸੀਂ ਅੱਜ ਉੱਤੇ ਗਏ ਆ, ਉੱਤਰੇ ਵਾਲਿਆਂ ਨੇ ਨਾ ਕਿ ਇਹਨੂੰ ਜੁਮੇ ਦਾ ਟਾਈਮ ਦਿੱਤਾ ਹੈ ਆਸਫ ਜੱਟ ਨੂੰ। ਹੁਣ ਪਤਾ ਨਹੀਂ ਸਾਡੇ ਨਾਲ ਕੀ ਇਨਸਾਫ ਹੁੰਦਾ ਹੈ, ਕੀ ਨਹੀਂ ਹੁੰਦਾ, ਕੀ ਸਾਡੇ ਨਾਲ ਬਣਦਾ ਹੈ। ਇਹ ਜਿਹੜਾ ਨਿਕਾਹ ਵਗੈਰਾ ਇਹਨਾਂ ਦਾ ਹੋ ਗਿਆ ਆਪਸ ਚ, ਤੇ ਇਹ ਗੱਲ ਕਨਫਰਮ ਹੋ ਚੁੱਕੀ ਹੈ? ਤੁਹਾਨੂੰ ਪਤਾ ਲੱਗ ਗਿਆ ਕਿ ਵਾਕਈ ਇਹਨਾਂ ਦਾ ਨਿਕਾਹ ਹੋ ਗਿਆ? ਜੋ ਟੋਨ ਗਏ ਨਾ ਉੱਥੋਂ ਦਾ ਨਿਕਾਹ ਨਾਮਾ ਹੈ, ਉਹ ਵੀ ਉਹਨਾਂ ਨੇ ਜਾਲੀ ਕਰਾਰ ਦੇ ਦਿੱਤਾ ਹੈ। ਕੋਈ ਅਸਲ ਨਹੀਂ ਹੈਗਾ। 1000 ਰੁਪਇਆ ਸਮਝ ਲਓ ਹੱਕ ਮਹਿਰ ਲਿਖਿਆ ਜਿਹੜਾ ਉਹਨੇ ਬੱਚੀ ਨੂੰ ਦਿੱਤਾ ਹੈ। ਸਾਨੂੰ ਨਹੀਂ ਪਤਾ ਵੀ ਉਹ ਜਾ ਕੇ ਤੇ ਬੱਚੀ ਨੂੰ ਕੀ ਕਰਦਾ ਤੇ ਕੀ ਨਹੀਂ ਕਰਦਾ। ਸਾਨੂੰ ਸਾਡੀ ਬੱਚੀ ਚਾਹੀਦੀ। ਮੈਂ ਹੱਥ ਬੰਨ੍ਹ ਕੇ ਵਜ਼ੀਰੇ ਆਲਾ ਅਲੀ ਸ਼ਬਾਜ਼ ਸ਼ਰੀਫ ਨੂੰ, ਜਿਹੜਾ ਉਹ ਲਾਈ ਪਰਵੇਜ਼ ਹੈ, ਜਿਹੜਾ ਕੋਈ ਉੱਤੇ ਅੱਲਾ ਦੇ ਨੇਕ ਬੰਦੇ ਬੈਠੇ ਨੇ, ਜ਼ਾਨਾਂ ਹੁੰਦੀਆਂ ਪਈਆਂ ਨੇ, ਜ਼ਾਨਾਂ ਦੇ ਸਦਕੇ ਨਾ ਕਿ ਮੇਰੀ ਬੱਚੀ ਮੈਨੂੰ ਵਾਪਸ ਕੀਤੀ ਜਾਵੇ। ਬਾਬਾ ਜੀ ਉਹ ਤੁਹਾਡੇ ਘਰ ਵਗੈਰਾ ਆਉਂਦੇ ਸੀ? ਜੀ, ਜਿਹੜੇ ਬਾਬਾ ਜੀ ਦਮ ਝਾਰਾ ਕਰਦੇ ਸੀ ਤੁਹਾਡੇ ਘਰ ਆਉਂਦੇ ਸੀ, ਤੇ ਤੁਹਾਨੂੰ ਉਦੋਂ ਸ਼ੱਕ ਵਗੈਰਾ ਨਹੀਂ ਪਿਆ ਕਿ ਇਹ ਸਾਰਾ ਮਾਮਲਾ ਇੰਝ ਹੁੰਦਾ ਪਿਆ, ਇਹਦੀ ਨਜ਼ਰ ਲੜਕੀ ਦੇ ਉੱਤੇ ਆ ਜਾਂ ਲੜਕੀ ਉਹਦੇ ਵੱਲੇ? ਨਹੀਂ ਪੁੱਤਰ, ਸਾਨੂੰ ਨਹੀਂ ਸੀ। ਅਸੀਂ ਤਾਂ ਜਦੋਂ ਆਉਂਦਾ ਸੀ ਕਹਿੰਦੇ ਸੀ ਮਾਮੂ ਨੂੰ ਚਾਹ ਫੜਾ, ਮਾਮੂ ਨੂੰ ਪਾਣੀ ਫੜਾ। ਔਰ ਮਾਮੂ ਨੂੰ ਅਸੀਂ ਕਿ ਨਾ ਕੋਈ ਸਾਨੂੰ ਸ਼ੱਕ, ਨਾ ਕੋਈ ਗੱਲ, ਨਾ ਬਾਤ। ਇਸ ਮਾਮੂ ਨੂੰ ਸ਼ਰਮ ਹੋਣੀ ਚਾਹੀਦੀ ਸੀ ਨਾ ਵੀ ਮੈਂ ਮੇਰੀ ਉਸ ਤੋਂ ਵੱਡੀਆਂ ਤਾਂ ਉਹਦੀਆਂ ਧੀਆਂ ਨੇ ਤੇ ਮੈਂ ਇਹ ਕੰਮ ਕਰਨ ਲੱਗਾ। ਇਸ ਮਾਮੂ ਨੂੰ ਸ਼ਰਮ ਹੋਣੀ ਚਾਹੀਦੀ ਸੀ। ਮੇਰਾ ਪਿਓਾਂ ਦੀ ਥਾਂ ਦੇ ਸੀ, ਭਰਾਵਾਂ ਦੀ ਥਾਂ ਦੇ ਸੀ, ਤੇ ਇਹਨੂੰ ਖੁਦ ਸ਼ਰਮ ਹੋਣੀ ਚਾਹੀਦੀ ਸੀ ਨਾ ਮੈਂ ਕੰਮ ਕਰਨ ਲੱਗਾ। ਮੈਂ ਮੂੰਹ ਕਿੱਥੇ ਕਾਲਾ ਕਰਨਾ ਹੈ ਤੇ ਮੈਂ ਜਾ ਕੇ ਕਿਸੇ ਹੋਰ ਪਾਸੇ ਕਰਾਂ, ਆਪਣੇ ਆਣ ਦੀ ਨਾਲ ਕਰਾਂ। ਘਰ ਇਹਦੀ ਬੀਵੀ ਹੈ, ਬੱਚੀਆਂ ਨੇ, ਨੌਵਾਂ ਵਾਲਾ ਹੈ, ਐ ਨਹੀਂ ਵੀ ਕੋਈ ਛੜਾ ਛਾਣ ਹੈ। ਅਸੀਂ ਦੱਸਣਾ ਪੁੱਤਰ ਕਿੱਥੇ ਇਨਸਾਫ ਲੈਣ ਜਾਈਏ? ਕਿਰਾਏ ਦਾ ਸਾਡਾ ਮਕਾਨ ਹੈ, ਗੁਰਬਤ ਸਾਡੇ ਘਰ ਇੰਨੀ ਕੁ ਵੀ ਜਿਹਨੇ ਕਮਾਣਾ ਉਹ ਮੰਜੀ ਤੇ ਪਿਆ ਹੈ। ਦੱਸੋ ਕਿੱਥੋਂ ਜਾ ਕੇ ਪੈਸੇ ਭਰ ਕੇ ਇਨਸਾਫ ਮੰਗਾ? ਤੇ ਮੇਰੀ ਤਾਂ ਰੋ ਰੋ ਕੇ ਖੁਦਾ ਅੱਗੇ ਅਪੀਲ ਹੈ, ਕੋਈ ਅੱਲਾ ਦਾ ਨੇਕ ਬੰਦਾ ਸੁਣਦਾ ਪਿਆ। ਮੈਂ ਤਾਂ ਕਹਿੰਦੀ ਕੋਈ ਸ਼ਬਾਜ਼ ਸ਼ਰੀਫ ਅੱਗੇ ਮੇਰੀ ਪੁਕਾਰ ਜਾਵੇ, ਜਿਹੜਾ ਬੈਠਾ ਦੂਸਰਾ ਨਾ ਕਿ ਅੱਲਾ, ਉਹਦੇ ਅੱਗੇ ਮੇਰੀ ਪੁਕਾਰ ਜਾਵੇ। ਮੈਨੂੰ ਇਨਸਾਫ ਚਾਹੀਦਾ, ਮੈਨੂੰ ਮੇਰੀ ਬੱਚੀ ਚਾਹੀਦੀ। ਯਾਨੀ ਕਿ ਤੁਹਾਨੂੰ ਲੱਗਦਾ ਹੈ ਕਨਫਰਮ ਹੈ ਕਿ ਇਹਨੇ ਤੁਹਾਡੀ ਬੱਚੀ ਉੱਤੇ ਕਾਲਾ ਜਾਦੂ ਹੀ ਕੀਤਾ ਹੈ? ਹਾਂਜੀ, ਮੈਨੂੰ ਪੱਕਾ ਯਕੀਨ ਹੈ ਪੁੱਤਰ ਅੱਲਾ ਦੇ ਘਰ 'ਚ। ਉਹ ਕਹਿੰਦਾ ਸੀ ਮੈਂ ਬੰਦਾ ਮੰਜੀ ਦਾ ਪਾ ਦੇਵਾਂ ਤੇ ਬੰਦਾ ਸਾਰੀ ਜ਼ਿੰਦਗੀ ਨਹੀਂ ਮੰਜੀ ਤੇ ਉੱਠ ਸਕਦਾ, ਤੇ ਜ਼ਾਹਰ ਇਹਦੇ ਤੇ ਵੀ ਕੀਤਾ। ਜੇ ਅਗਰ ਜੀ ਉਹ ਜਾਂਦੀ ਕਿਸੇ ਆਪਦੇ ਆਣ ਪ੍ਰਵਾਨ ਨਾਲ ਜਾਂਦੀ, ਬੁੱਢੇ ਨਾਲ ਤਾਂ ਨਹੀਂ ਸੀ ਜਾਂਦੀ। ਸਾਨੂੰ ਕੀ ਪਤਾ ਕਰ ਕੇ ਉਹ ਕਹਿੰਦਾ ਸੀ ਮੈਂ ਇੱਕ ਲੌਂਗ ਖਾ ਲਵਾਂ ਤਾਂ ਬੰਦਾ ਮੇਰੇ ਵੱਲੇ ਮੋਮ ਹੋ ਜਾਂਦਾ। ਮੈਨੂੰ ਕੀ ਪਤਾ ਸੀ ਵੀ ਮੈਨੂੰ ਹੀ ਮੋਮ ਕਰਦਾ ਪਿਆ, ਮੇਰੀ ਬੱਚੀ ਨੂੰ ਮੋਮ ਕਰਦਾ ਪਿਆ। ਤੇ ਮੇਰੀ ਤੇ ਰੋ ਰੋ ਕੇ ਨਾ ਅੱਲਾ ਅੱਗੇ ਫਰਿਆਦ ਹੈ, ਤੇ ਜੇ ਕੋਈ ਅੱਲਾ ਦਾ ਨੇਕ ਬੰਦਾ ਕੋਈ ਸੁਣਦਾ ਪਿਆ ਤਾਂ ਮੇਰੀ ਮਦਦ ਕਰੇ। ਮੈਨੂੰ ਮੇਰੀ ਬੱਚੀ ਚਾਹੀਦੀ। ਇਹ ਕਿਤੇ ਵੇਚ ਆਵੇ, ਕਿਤੇ ਮਾਰ ਦੇਵੇ, ਕਿਤੇ ਦੇ ਬੱਚੇ ਕਹਿੰਦੇ ਨੇ ਅਸੀਂ ਆਂਦਰਾਂ ਕੱਢਣੀਆਂ ਨੇ, ਤੇ ਪਿਓ ਦੀਆਂ ਆਂਦਰਾਂ ਨਹੀਂ ਕੱਢਣੀਆਂ, ਮੇਰੀ ਧੀ ਦੀਆਂ ਆਂਦਰਾਂ ਕੱਢਣੀਆਂ। 70 ਤੇ 80 ਸਾਲ ਦਾ ਬਾਬਾ ਤੁਸੀਂ ਦੱਸ ਰਹੇ ਹੋ, ਤੁਸੀਂ ਇਹਦੇ ਤੇ ਇਤਮਾਦ ਕੀਤਾ, ਤੁਸੀਂ ਇਹਨੂੰ ਆਦੇ ਘਰ ਲੈ ਕੇ ਆਏ, ਠੀਕ ਹੈ, ਤੁਸੀਂ ਇਹਨੂੰ ਘਰ ਆਣ ਦਿੱਤਾ, ਦਰਵਾਜ਼ਾ ਖੋਲ੍ਹਿਆ ਆਦਾ, ਤੁਸੀਂ ਗਏ ਤੇ ਉਹਨੂੰ ਆਦੀ ਧੀ ਦੇ ਵਸੀਲੇ ਵਾਸਤੇ ਹੀ, ਚਲੋ ਕੋਈ ਦੁਆ ਕਰੇਗਾ, ਦਮ ਝਾਰਾ ਕਰੇਗਾ, ਅੱਲਾ ਤੋਬਾ ਕਰੇਗਾ, ਮੇਰੀ ਧੀ ਦਾ ਵਸੀਲਾ ਬਣਾ ਦੇਗਾ, ਲੇਕਿਨ ਉਹਨੇ ਸਾਰਾ ਕੰਮ ਉਲਟ ਕਰਤਾ। ਤੇ ਤੁਸੀਂ ਇੱਥੇ ਲੋਕਾਂ ਨੂੰ ਕੀ ਨਸੀਹਤ ਕਰਨਾ ਚਾਹੋਗੇ? ਮੈਂ ਤਾਂ ਨਸੀਹਤ ਇਹੋ ਕਰਨਾ ਚਾਹੁੰਦੀ ਹਾਂ ਵੀ ਕੋਈ ਵੀ ਬਣਿਆ ਹੋਵੇ, ਭਾਵੇਂ 100 ਸਾਲ ਦੀ ਵੀ ਕੋਈ ਰਿਸ਼ਤੇਦਾਰੀ ਬਣੀ ਹੋਵੇ, ਭੈਣ ਭਰਾ ਬਣਿਆ ਹੋਵੇ, ਮੱਤ ਉਹਨੂੰ ਘਰ ਵਾੜੋ। ਮੇਰੀਆਂ ਧੀਆਂ ਸੁਣਦਿਆਂ ਗਿਣਦਿਆਂ ਨਸੀਹਤ ਕਰ ਲੈਣ ਵੀ ਕਿਸੇ ਇਹੋ ਜਿਹਾ ਗਲਤ ਕਦਮ ਨਾ ਉਠਾਉਣ ਕਿਸੇ ਬੁੱਢੇ ਨਾਲ, ਜਿਹੜੀਆਂ ਮਾਂ ਪਿਓ ਨੂੰ ਸ਼ਰਮਿੰਦਗੀ ਹੋਵੇ ਤੇ ਮਾਂ ਪਿਓ ਜੀਂਦਾ ਹੀ ਮਰ ਜਾਵੇ। ਮਾਂ ਪਿਓ ਦੇ ਉਦੋਂ ਹੀ ਮਰ ਜਾਂਦੇ ਜਦੋਂ ਧੀਆਂ ਕਦਮ ਬਾਹਰ ਰੱਖਦੀਆਂ ਨੇ। ਵਾਸਤਾ ਖੁਦਾ ਦੇ ਕਰਕੇ ਮੇਰੀਆਂ ਧੀਆਂ ਭੈਣਾਂ ਅਪੀਲ ਮੇਰੀ ਸੁਣ ਲੈਣ, ਕਦੀ ਇਹ ਗਲਤ ਕਦਮ ਨਾ ਉਠਾਉਣ। ਜੋ ਮਾਂ ਪਿਓ ਲੈ ਕੇ ਦੇ ਦਿੰਦਾ ਉਹੀ ਇੱਜ਼ਤ ਹੈ, ਤੇ ਜੋ ਧੀਆਂ ਘਰੋਂ ਬਾਹਰ ਜਾਂਦੀਆਂ ਉਹਨਾਂ ਦੀ ਕੋਈ ਇੱਜ਼ਤ ਨਹੀਂ। ਪਿਛਲਿਆਂ ਨੂੰ ਵੇਖੋ ਸਾਡੇ ਪਿਛਲੇ ਕਿਵੇਂ ਮਰਦੇ ਨੇ। ਮੇਰੀ ਤੇ ਇਹੋ ਹੀ ਰੱਬ ਅੱਗੇ ਅਪੀਲ, ਜਿਹੜੀਆਂ ਮੇਰੀਆਂ ਜੋ ਵੀ ਕੋਈ ਸੁਣਦਾ ਨਾ ਮੇਰੀ ਇਸ ਅਪੀਲ ਨੂੰ ਸਮਝ ਲੱਗ ਹੱਥ ਬੰਨ੍ਹ ਕੇ ਮੈਂ ਫਰਿਆਦ ਕਰਨੀ ਹੈ, ਇਹ ਕੰਮ ਕਦੇ ਵੀ ਨਾ ਕਰਨ ਤੇ ਨਾ ਕਿਸੇ ਨੂੰ ਘਰ ਵੜਨ ਦੇਣ। ਮੈਂ ਤਾਂ ਮਰ ਗਈ ਚੀਜ਼ਾਂ ਦੀ, ਮੇਰੀ ਧੀ ਗਈ ਹੈ, ਸਾਨੂੰ ਤਾਂ ਰੋਟੀ ਖਾਣੀ ਵੀ ਆਰਾਮ ਹੋਈ ਪਈ ਹੈ। ਮੇਰੀ ਧੀ ਨਾਲ ਉਹਨੇ ਕੀ ਕਰਦਾ ਹੋਣਾ ਹੈ ਜਾਂ ਮੇਰੀ ਧੀ ਕਿਸ ਹਾਲ 'ਚ ਹੋਣੀ ਹੈ। ਮੈਂ ਅੱਜ ਬੜੀ ਮਜਬੂਰ ਹੋ ਕੇ ਤੇ ਮੈਂ ਕੰਮ ਕੀਤਾ। ਜਿਹੜਾ ਵੀ ਕੋਈ ਸੁਣਦਾ है मेरी हेल्प करे, मेरी बच्ची मैंने वापस दे देना। जी नाज़रीन, देखा कि एक बेबस माँ कैसे रोकर अपनी दास्तान को सुना रही है। वो अपील कर रही है कि मैंने बहुत ही ज़्यादा जाकर दरवाज़े खटखटाए,
लेकिन मेरी पुकार किसी ने नहीं सुनी। मैं गुजारिश करती हूँ मेरी इस आवाज़ को जो भी सुन रहा है वो मेरी मदद के लिए आए। मैं वज़ीर आला से दरख्वास्त करती हूँ, वज़ीर आज़म से दरख्वास्त करती हूँ, पाकिस्तान वज़ीर आज़म से दरख्वास्त करती हूँ कि वो मेरी पुकार को सुने और मेरी बेटी मुझे वापस ला कर दे, मेरी इज़्ज़त मुझे वापस ला कर दे। मेरी जो 20 से 21 साल बच्ची है, जवान लड़की है, जिसे 70 से 80 साल बाबा फ्रॉड करके उसे ले गया है अपने जादू के ज़रिए, काले जादू के ज़रिए। तो मैं इधर यही कहूँगा कि इस माँ की आवाज़ जो सुन रहा है, इस माँ की आवाज़ को सुनते हुए इनके मसाइल को हल किया जाए। और अगर आपके पास भी कोई कहानी है, आपके पास भी कोई स्टोरी है, तो हमें बताइए, हम बनेंगे आपकी आवाज़। ABR न्यूज़।